ਪੰਜਾਬੀ ਲੋਕਧਾਰਾ, ਆਪਣੀ ਧਰਤੀ, ਆਪਣੇ ਲੋਕ। ਸਰਦਾਰ ਓਂਕਾਰ ਸਿੰਘ ਸਿੱਧੂ ਦੇ ਬਾਬਾ ਜੀ ਉਹਨਾਂ ਦੇ ਘਰ ਦੇ ਭੈਣ ਜੀ ਜਗਾਦਰੀ ਵਾਲੇ ਹਿੰਦੂ ਸਾਹਿਬ ਬਾਜਵਾ ਸਾਹਿਬ ਤੇ ਮੱਠ ਦੇ ਸਾਹਮਣੇ ਬੈਠੇ ਸਾਡੇ ਲੋਕਧਾਰਾ ਦੇ ਗਰੁੱਪ ਦੇ ਪ੍ਰਧਾਨ ਸਾਹਿਬ ਜੱਸੂ ਸਾਹਿਬ ਅਤੇ ਲੋਕਧਾਰਾ ਫੇਸਬੁੱਕ ਗਰੁੱਪ ਨਾਲ ਜੁੜੇ ਸਾਰੇ ਸਾਥੀਓ, ਮੈਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣਾ। ਇਸ ਪੁਸਤਕ ਦੇ ਬਾਰੇ ਦੱਸਣ ਤੋਂ ਪਹਿਲਾਂ ਮੇਰੇ ਜੋ ਕੁਝ ਪ੍ਰਭਾਵ ਉਸ ਪੁਸਤਕ ਨੂੰ ਪੜ੍ਹ ਕੇ ਬਣੇ, ਮੈਂ ਇਹ ਪੇਪਰ ਪਿੱਛੋਂ ਤੋਂ ਸ਼ੁਰੂ ਕਰਦਾ। ਗੁਰੂ ਕੀ ਗੱਲ ਉਹ ਜਿਹੜੇ ਪ੍ਰਭਾਵ ਮੈਂ ਪਹਿਲਾਂ ਸਾਂਝੇ ਕਰਦਾ ਤੁਹਾਡੇ ਨਾਲ। ਨੰਬਰ 1, ਸਫ਼ਰਨਾਮਾ ਪੈਰ ਚੱਕਰ ਦਾ ਲੇਖਕ ਮਿਹਨਤੀ, ਉਦਮੀ ਅਤੇ ਕਿਰਤ ਦੀ ਉੱਚਤਾ ਨੂੰ ਮਹੱਤਵ ਦੇਣ ਵਾਲਾ ਇਨਸਾਨ ਹੈ। ਉਹ ਆਪਣੇ ਰਹਿਣ ਸਹਿਣ, ਖਾਣ ਪੀਣ ਨਾਲ ਸਮਝੌਤਾ ਨਹੀਂ ਕਰਦਾ, ਭਾਵ ਪਿਓਰ ਵੈਜੀਟੇਰੀਅਨ ਹੈ। ਸਮੁੱਚੀ ਯਾਤਰਾ ਵਿੱਚ ਉਸਨੇ ਸ਼ਾਕਾਹਾਰੀ ਭੋਜਨ ਦਾ ਸੇਵਨ ਕਰਿਆ ਹੈ, ਕਿਸੇ ਕਿਸਮ ਦਾ ਨਸ਼ਾ ਨਹੀਂ ਕਰਿਆ। ਤੀਸਰੀ ਗੱਲ, ਉਸਦਾ ਚਰਿੱਤਰ ਪਾਕ ਤੇ ਪਵਿੱਤਰ ਰਿਹਾ। ਚੌਥੀ, ਉਹ ਜਿਹੜੇ ਵੀ ਦੇਸ਼ ਜਾਂਦਾ ਹੈ ਉਸ ਦੇ ਭੂਗੋਲਿਕ ਜੋਗ੍ਰਾਫੀਕਲ ਦਾ ਪੂਰਾ ਗਿਆਨ ਹਾਸਲ ਕਰਦਾ ਹੈ। ਨੰਬਰ 5, ਸਫ਼ਰਨਾਮਾ ਨੂੰ ਰੌਚਕ ਬਣਾਉਣ ਲਈ ਉੱਥੋਂ ਦੇ ਲੋਕਾਂ ਦੀਆਂ ਗੱਲਾਂ ਵੀ ਕਰਦਾ ਹੈ, ਜਿਵੇਂ ਪਾਕਿਸਤਾਨੀ ਦੀ ਗੱਲ, ਗੈਰ ਕਾਨੂੰਨੀ ਰਹਿ ਰਹੇ ਵਿਅਕਤੀ ਦੀ ਗੱਲ, ਜਿਵੇਂ ਬਾਅਦ ਲੇਕਿਨ ਇੱਕ ਵਧੀਆ ਪ੍ਰਬੰਧਕ ਵੀ ਹੈ। ਉਹ ਆਪਣੇ ਤੋਂ ਉੱਪਰਲੇ ਅਤੇ ਹੇਠਲੇ ਸਟਾਫ ਨਾਲ ਸੰਤੋਲ ਬਣਾ ਕੇ ਚੱਲਣ ਵਾਲਾ ਲਖਤਦਾਰ ਕਿਸਾਨ ਹੈ। ਨੰਬਰ 7, ਲੰਮੀਆਂ ਯਾਤਰਾਵਾਂ ਨੇ ਉਸਨੂੰ ਲੋਕਾਂ ਦੇ ਮਨ ਪੜ੍ਹਨ ਦੀ ਵਿਧੀ ਵੀ ਸਿਖਾ ਦਿੱਤੀ। ਲੇਖਕ ਆਪਣੇ ਪਰਿਵਾਰ ਨੂੰ ਅਤੇ ਮਾਤਾ ਪਿਤਾ ਨੂੰ ਬਹੁਤ ਪਿਆਰ ਕਰਦਾ ਹੈ। ਸਮੁੱਚਾ ਸਫ਼ਰਨਾਮਾ ਪੜ੍ਹਨ ਤੋਂ ਬਾਅਦ ਤੁਹਾਨੂੰ ਬਾਹਰਲੇ ਦੇਸ਼ਾਂ ਦੇ ਸੁਪਨੇ ਆਉਣ ਲੱਗਦੇ ਹਨ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਅਸੀਂ ਉੱਥੇ ਘੁੰਮ ਕੇ ਆਏ। ਲੇਖਕ ਆਪ ਮੰਨਦਾ ਹੈ ਕਿ ਉਸ ਨੂੰ ਲਿਖਣ ਦਾ ਤਜਰਬਾ ਨਹੀਂ ਹੈ, ਪਰ ਉਹ ਵਧੀਆ ਲੇਖਕ ਹੈ। ਉਸ ਨੂੰ ਹੋਰ ਸਫ਼ਰਨਾਮੇ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਉਸਨੇ ਸੱਭਿਆਚਾਰ ਅਤੇ ਭਾਰਤੀ ਸੱਭਿਆਚਾਰ ਨਾਲ ਤੁਲਨਾਤਮਕ ਅਧਿਐਨ ਦੀ ਜੋ ਇਸ ਸਫ਼ਰਨਾਮੇ 'ਚ ਘਾਟ ਮਹਿਸੂਸ ਕੀਤੀ। ਵੱਖ-ਵੱਖ ਰੰਗ, ਨਸਲ, ਜਾਤ, ਗੋਰੇ ਕਾਲੇ ਦੇਸ਼ਾਂ ਦੇ ਲੋਕਾਂ ਵਿੱਚ ਵਿਚਰਨ, ਜਿੱਥੇ ਵੱਖ-ਵੱਖ ਭਾਸ਼ਾਵਾਂ ਹਨ, ਪਰ ਆਪਣਾ ਸਿਰਫ ਨਹੀਂ ਛੱਡਦਾ। ਮੈਂ ਇਸ ਪੇਪਰ ਦੇ ਬਾਰੇ, ਕਿਉਂਕਿ ਮੈਂ ਪਹਿਲਾਂ ਜਵਾਨੀ ਹੀ ਬੋਲਣਾ ਸੀ, ਪਰ ਗੁਰਸੇਵ ਸਿੰਘ ਢੌਲਾ ਜੀ ਨੇ ਪਰਸੋਂ ਮੈਨੂੰ ਕਿਹਾ ਕਿ ਤੁਸੀਂ ਲਿਖ ਦਿਓ ਤਾਂ ਵਧੀਆ, ਇਸ ਕਰਕੇ ਮੈਂ ਉਹ ਫਿਰ ਕੱਲ੍ਹ ਬੈਠ ਕੇ ਲਿਖਿਆ। ਉਹਦੇ ਬਾਰੇ ਮੈਂ ਤੁਹਾਡੇ ਨਾਲ ਪਿਆਰ ਕਰਦਾ। ਪੇਪਰ ਦਾ ਨਾਮ ਹੈ ਓਂਕਾਰ ਸਿੰਘ ਸਿੱਧੂ ਦੇ ਪੈਰ ਚੱਕਰ ਨੇ ਦੁਨੀਆ ਦਿਖਾਈ। ਪੈਰ ਚੱਕਰ ਓਂਕਾਰ ਸਿੰਘ ਸਿੱਧੂ ਦੀ ਦੂਸਰੀ ਪੁਸਤਕ ਹੈ। ਪਹਿਲੀ ਪੁਸਤਕ ਸਕੂਟਰਾਂ ਵਾਲੇ ਸਰਦਾਰ, ਜੋ 1990 ਤੋਂ 1996 ਤੱਕ ਦੇ ਸਫ਼ਰ ਦਾ ਅਨੁਭਵ ਹੈ। ਲੇਖਕ ਨੇ ਇਸ ਪੁਸਤਕ ਨੂੰ 3 ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਭਾਰਤ ਯਾਤਰਾ, ਦੂਜੇ ਵਿੱਚ ਭਾਰਤ ਯਾਤਰਾ ਤੋਂ ਇੰਟਰਨੈਸ਼ਨਲ, ਤੀਸਰੇ ਵਿੱਚ ਬਾਜ਼ਾਰ ਖੇਤਰ ਸਕੂਟਰਾਂ ਤੇ ਪੰਜਾਬ ਤੋਂ ਆਸਟ੍ਰੇਲੀਆ ਤੱਕ ਪਹੁੰਚਣ ਦੇ ਵੇਲੇ, ਪੰਜਾਬ ਤੋਂ ਚੱਲ ਕੇ ਨੇਪਾਲ, ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ ਤੇ ਫਿਰ ਆਸਟ੍ਰੇਲੀਆ ਨੂੰ ਸ਼ਹਿਰ ਡਾਰਵਨ ਦੇ ਕੋਲ ਤੱਕ ਦੀ ਯਾਤਰਾ ਦੇ ਵੇਰਵੇ। ਅਗਲੀ ਪੁਸਤਕ ਪੈਰ ਚੱਕਰ ਉਸੇ ਲੜੀ ਦੀ ਕੜੀ ਹੈ, ਉਹਦੇ ਨਾਲ ਹੀ ਜੁੜਦਾ ਹੈ। ਪੰਜਾਬੀ ਵਿੱਚ ਸਫ਼ਰਨਾਮਾ ਸਾਹਿਤ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਸਭ ਤੋਂ ਪਹਿਲਾ ਸਫ਼ਰਨਾਮਾ ਪੰਜਾਬੀ ਭਾਸ਼ਾ ਵਿੱਚ ਅਨੁਵਾਦਿਤ ਏਸ਼ੀਆ ਦੀ ਸੈਰ ਇਬਨ ਬਤੂਤਾ ਦਾ ਲਿਖਿਆ ਹੋਇਆ ਮਿਲਦਾ ਹੈ। ਫਿਰ ਲਾਲ ਸਿੰਘ ਕਮਲਾਕਾਲੀ ਦਾ ਲਿਖਿਆ ਸਫ਼ਰਨਾਮਾ ਮੇਰਾ ਬਲੈਕੀ ਸਫ਼ਰਨਾਮਾ ਬਹੁਤ ਮਕਬੂਲ ਹੋਇਆ। ਇਸ ਤਰ੍ਹਾਂ ਦਾ ਸਫ਼ਰਨਾਮਾ ਅੱਜ ਤੱਕ ਵੀ ਲਿਖਿਆ ਨਹੀਂ ਗਿਆ। ਇਸ ਤਰ੍ਹਾਂ ਦਾ
ਨਹੀਂ ਲਿਖਿਆ ਗਿਆ। ਇਸ ਸਫ਼ਰਨਾਮੇ ਵਿੱਚ ਗਤੀਹੀਨ ਤੇ ਗਤੀਸ਼ੀਲ ਮੋਟਰ ਬਾਖੂਬੀ ਬਿਆਨੇ ਗਏ ਨੇ। ਦੂਸਰਾ ਸੱਭਿਆਚਾਰਕ ਤੁਲਨਾਤਮਕ ਅਧਿਐਨ ਕਮਾਲ ਦਾ। ਉਸ ਤੋਂ ਬਾਅਦ ਬਹੁਤ ਸਾਰੇ ਸਫ਼ਰਨਾਮੇ ਹੋਂਦ ਵਿੱਚ ਆਏ, ਜਿਨ੍ਹਾਂ ਵਿੱਚ ਮੋਟੇ ਤੌਰ ਤੇ ਬਲਰਾਜ ਸਾਹਨੀ ਦਾ ਮੇਰਾ ਰੂਸੀ ਤੇ ਪਾਕਿਸਤਾਨੀ ਸਫ਼ਰਨਾਮਾ, ਮਨਮੋਹਨ ਬਾਵਾ ਦੇ ਭਾਰਤੀ ਸਫ਼ਰਨਾਮੇ, ਰਾਮਮੂਰਤ ਵਰਮਾ ਦੇ 8 ਸਫ਼ਰਨਾਮੇ। ਇਸ ਤੋਂ ਇਲਾਵਾ ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ ਵਿੱਚ ਲੜੀਵਾਰ ਸਫ਼ਰਨਾਮੇ ਅਕਸਰ ਹੀ ਛਪਦੇ ਰਹਿੰਦੇ ਹਨ। ਇਹ ਪੰਜਾਬੀ ਵਾਰਤਕ ਸਾਹਿਤ ਦੀ ਗਣਤੰਤਰਕ ਵਿਧੀ ਹੈ। ਇਸ ਸਾਹਿਤਕ ਰੂਪ ਦਾ ਮੰਤਵ ਪਾਠਕ ਨੂੰ ਘਰ ਬੈਠਿਆਂ ਹੀ ਵੱਖ-ਵੱਖ ਦੇਸ਼ਾਂ ਥਾਵਾਂ ਤੇ ਦਰਸ਼ਨ ਕਰਵਾ ਦੇਣੇ ਅਤੇ ਸਫ਼ਰ ਦੌਰਾਨ ਆਈਆਂ ਕਠਿਨਾਈਆਂ ਦਾ ਵੇਰਵਾ ਮਿਲਦਾ ਹੈ। ਓਂਕਾਰ ਸਿੰਘ ਸਿੱਧੂ ਨੇ ਪੈਰ ਚੱਕਰ ਪੁਸਤਕ ਵਿੱਚ ਇੱਕ ਨਹੀਂ ਸਗੋਂ ਮੇਰੀ ਜਾਤੇ 5 ਸਫ਼ਰਨਾਮੇ ਸੰਖੇਪ ਪਰ ਭਾਵਪੂਰਤ ਢੰਗ ਨਾਲ ਲਿਖੇ। ਜੇ ਕੋਈ ਹੋਰ ਹੁੰਦਾ ਤਾਂ ਇਹਦੀਆਂ 5 ਕਿਤਾਬਾਂ ਬਣਾ ਸਕਦੇ। ਇਹਨਾਂ ਨੇ ਇੱਕ ਕਿਤਾਬ ਦੇ ਵਿੱਚ ਹੀ 5 ਸਫ਼ਰਨਾਮੇ ਪਾਏ ਨੇ। ਇੱਕ ਵਾਰ ਪੁਸਤਕ ਸ਼ੁਰੂ ਕਰੋ ਤਾਂ ਪੜ੍ਹੇ ਬਿਨਾਂ ਉੱਠ ਨਹੀਂ ਸਕਦੇ। ਬਹੁਤ ਹੀ ਉਤਸੁਕਤਾ ਭਰਪੂਰ ਯਾਤਰਾ ਅਤੇ ਥਾਵਾਂ ਦੇ ਵੇਰਵੇ ਦਿਲਚਸਪ ਤਰੀਕੇ ਨਾਲ ਬਿਆਨ ਕੀਤੇ ਗਏ। ਮੁੱਖਬੰਦ ਪੜ੍ਹਦਿਆਂ ਹੀ ਲੇਖਕ ਦੀ ਘੁਮੱਕੜ ਬਿਰਤੀ ਦਾ ਪਤਾ ਲੱਗ ਜਾਂਦਾ ਹੈ। ਆਪਣੇ ਦੋਸਤ ਬਲਜੀਤ ਸਿੰਘ ਮਾਨ ਨਾਲ ਮਿਲ ਕੇ ਆਸਟ੍ਰੇਲੀਆ ਦੇ ਡਾਰਵਿਨ ਸ਼ਹਿਰ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਆਪਣੀ ਸਵੈ ਕਹਾਣੀ ਦੇ ਵੇਰਵੇ ਲਿਖਣੇ ਸ਼ੁਰੂ ਕਰ ਦਿੱਤੇ। ਲੇਖਕ ਨੇ ਪਾਠਕਾਂ ਨਾਲ ਉਹੀ ਵੇਰਵੇ ਸਾਂਝੇ ਕੀਤੇ ਹਨ ਜਿਨ੍ਹਾਂ ਨਾਲ ਦਿਲਚਸਪੀ ਬਣੀ ਰਹੀ। ਡਾਰਵਿਨ ਤੋਂ ਬਾਅਦ ਕਿਵੇਂ ਬੱਸ ਰਾਹੀਂ ਲੰਮਾ ਸਫ਼ਰ ਤੈਅ ਕੀਤਾ ਅਤੇ ਫਿਰ ਪਿੰਡਾਂ ਸ਼ਹਿਰਾਂ ਵਿੱਚ ਕੰਮ ਦੀ ਤਲਾਸ਼ ਕਰਦੇ ਆਪਣੇ ਆਪ ਹੀ ਕੜੀ ਨਾਲ ਕੜੀ ਜੋੜਦੇ ਗਏ। ਉੱਥੇ ਮੈਂ ਬੋਰਸ ਕੋਲੇਵੋਈ ਦੀ ਲਿਖੀ ਪੁਸਤਕ ਅਸਲੀ ਇਨਸਾਨ ਦੀ ਕਹਾਣੀ ਦੀ ਉਦਾਹਰਨ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਓਂਕਾਰ ਸਿੰਘ ਦੀ ਕਹਾਣੀ ਵੀ ਉਸ ਨਾਲੋਂ ਘੱਟ ਨਹੀਂ। ਇਸ ਵਿੱਚ ਸੰਘਰਸ਼ ਹੈ, ਰੋਮਾਂਚ ਹੈ, ਕਾਮਯਾਬੀ ਹੈ, ਨਾਕਾਮਯਾਬੀ ਹੈ, ਸਰੀਰਕ ਕਸ਼ਟ ਹਨ, ਆਦਿ। ਕੇਸਰ ਸਿੰਘ ਦਾ ਨਾਵਲ ਜੰਗੀ ਕੈਦੀ ਵਿੱਚ ਵੀ ਇਸੇ ਤਰ੍ਹਾਂ ਦੇ ਪੈਰਾਡਾਈਮ ਬਣਦੇ। ਕਹਾਣੀ ਸ਼ੁਰੂ ਹੁੰਦੀ ਹੈ, ਫਿਰ ਸਿਖਰ, ਫਿਰ ਅੰਤ। ਇਸੇ ਤਰ੍ਹਾਂ ਜਿਵੇਂ ਆਪਾਂ ਪਹਾੜੀਆਂ ਦੇਖਦੇ ਨਾ, ਇੱਕ ਛੋਟੀ ਪਹਾੜੀ ਫੇਰ ਆ ਜਾਂਦੀ ਹੈ, ਇੱਕ ਪਹਾੜੀ ਫੇਰ ਆ ਜਾਂਦੀ ਹੈ। ਇਸ ਤਰ੍ਹਾਂ ਦਾ ਪੈਰਾਡਾਈਮ ਬਣੂਗਾ ਜੇ ਆਪਾਂ ਦੇਖੀਏ, ਕਿਉਂਕਿ ਇਹਦੇ ਵਿੱਚ ਇੱਕ ਤਰ੍ਹਾਂ ਨਾਲ ਨਹੀਂ ਹੈ ਵੀ ਆਦਿ ਸ਼ੁਰੂ ਹੋ ਗਿਆ, ਕਲਾਈਮੈਕਸ ਆ ਗਿਆ ਤੇ ਅੰਤ ਹੋ ਗਿਆ ਜਿਵੇਂ ਆਮ ਕਹਾਣੀਆਂ ਦੀ। ਇਹ ਸਫ਼ਰਨਾਮੇ ਦੇ ਵਿੱਚ ਵੱਖ-ਵੱਖ ਕਹਾਣੀਆਂ ਨੇ, ਉਹ ਵੱਖ-ਵੱਖ ਪਹਾੜੀਆਂ ਨੇ, ਤੁਹਾਨੂੰ ਨਜ਼ਰ ਆਉਣਗੀਆਂ। ਕੇਸਰ ਸਿੰਘ ਦਾ ਜੰਗੀ ਕੈਦੀ ਨਾਵਲ ਵੀ ਇਸੇ ਤਰ੍ਹਾਂ ਦਾ। ਇਸੇ ਤਰ੍ਹਾਂ ਲੇਖਕ ਨੇ ਇਸ ਸਫ਼ਰਨਾਮੇ ਵਿੱਚ ਬਹੁਤ ਸਾਰੇ ਕਥਾਨਕ ਹੋਂਦ ਵਿੱਚ ਲਿਆਂਦੇ ਹਨ ਜੋ ਕਈ ਕਿਤਾਬਾਂ ਦੀ ਸਿਰਜਣਾ ਕਰ ਸਕਣਗੇ ਯੋਗ ਹਨ। ਬਹੁਤ ਘੱਟ ਸ਼ਬਦਾਂ ਵਿੱਚ ਬਹੁਤ ਹੀ ਸਾਰੀ ਸਮੱਗਰੀ ਨੂੰ ਚਿਤਰਿਆ ਗਿਆ ਹੈ। ਇਹ ਲੇਖ ਦੀ ਪ੍ਰਾਪਤੀ ਹੈ। ਲੇਖ ਆਸਟ੍ਰੇਲੀਆ ਵਿੱਚ ਲਗਭਗ ਪੱਕਾ ਹੋਣ ਵਾਲਾ ਹੀ ਸੀ, ਪਰ ਆਪਣੇ ਪਿਤਾ ਜੀ ਦੀ ਮੌਤ ਕਾਰਨ ਵਾਪਸ ਇੰਡੀਆ ਪਰਤ ਆਉਂਦਾ ਹੈ। ਇੱਥੇ ਉਸਦੇ ਪਰਿਵਾਰ ਪਤੀ ਅਤੇ ਆਪਣੇ ਪਿਤਾ ਦੇ ਸਤਿਕਾਰ ਦਾ ਵੱਡਾ ਪ੍ਰਮਾਣ ਦਿਖਾਈ ਦਿੰਦਾ ਹੈ। ਆਪ ਵੀ ਬਹੁਤ ਵੱਡੀ ਬਿਮਾਰੀ ਨਾਲ ਜੂਝਦਾ ਹੈ। ਆਸਟ੍ਰੇਲੀਆ ਰਹਿੰਦੇ ਉਸਦੇ ਲੱਕ ਉੱਪਰ ਨਿਸ਼ਾਨ ਪੈਂਦਾ ਹੈ, ਜਿਸ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਬਿਮਾਰੀ ਵੱਡੀ ਹੈ। ਉਸਦਾ ਇਲਾਜ ਸ਼ਹਿਰ ਵਿੱਚ ਹੁੰਦਾ ਹੈ। ਉੱਥੇ ਹੀ ਨਾਲ ਕਈ ਕੋਰਸ ਪੜ੍ਹਾਈ ਵੀ ਕਰ ਲੈਂਦਾ ਹੈ। ਇਲਾਜ ਕਰਦੇ ਡਾਕਟਰ ਤੋਂ ਅਣਜਾਣੇ ਵਿੱਚ ਇੱਕ ਟੀਕਾ ਗਲਤੀ ਨਾਲ ਲੱਗਦਾ ਹੈ, ਜਿਸ ਦਾ ਖਮਿਆਜ਼ਾ ਲੇਖਕ ਦੀਆਂ ਅੱਖਾਂ ਦੀ ਰੌਸ਼ਨੀ ਉੱਤੇ ਪੈਂਦਾ ਹੈ। ਅੱਖਾਂ ਦਾ ਆਪਰੇਸ਼ਨ ਹੁੰਦਾ ਹੈ। ਇੱਥੋਂ ਹੀ ਉਹਦਾ ਪਿਆਰਾ ਦੋਸਤ ਬਲਜੀਤ ਸਿੰਘ ਮਾਨ ਕੈਨੇਡਾ ਸ਼ਿਫਟ ਹੋ ਜਾਂਦਾ ਹੈ। ਉਸ ਤੋਂ ਬਾਅਦ ਲੇਖ ਇਕੱਲਾ ਹੀ ਬਿਮਾਰੀ ਨਾਲ ਜੂਝਦਾ ਹੈ। ਮੇਰੇ ਖਿਆਲ ਦੇ ਵਿੱਚ ਜਦੋਂ ਆਪਾਂ ਪੜ੍ਹਦੇ ਹਾਂ ਸਾਰਾ ਸਫ਼ਰਨਾਮਾ, ਤਾਂ 2 ਜਗ੍ਹਾ ਤੇ ਲੇਖ ਉਦਾਸ ਹੁੰਦਾ। ਇੱਕ ਤਾਂ ਉਹਦਾ ਦੋਸਤ ਬਲਜੀਤ ਸਿੰਘ ਮਾਨ ਕੈਨੇਡਾ ਚਲਿਆ, ਇੱਕ ਜਦੋਂ ਉਹਨਾਂ ਦੇ ਪਿਤਾ ਜੀ ਦੀ ਮੌਤ ਹੋਈ। ਮੈਂ ਬਾਕੀ ਕਿਤੇ ਵੀ ਉਹਨਾਂ ਨੂੰ ਉਦਾਸ ਨਹੀਂ ਦੇਖਿਆ। ਬਹੁਤ ਮੁਸੀਬਤਾਂ 'ਚ ਰਿਹਾ, ਪਰ ਉਹ ਰੋਇਆ ਨਹੀਂ। ਲੇਖਕ ਨੇ ਇਸ ਪੁਸਤਕ ਵਿੱਚ ਆਸਟ੍ਰੇਲੀਆ ਦੇ ਸਟੇਡੀਅਮ, ਖਿਡਾਰੀ, ਐਕਟਰ
ਅਤੇ ਗੁਰਦੁਆਰਿਆਂ ਦਾ ਜ਼ਿਕਰ ਵੀ ਕੀਤਾ ਹੈ। ਇੱਕ ਗੁਰਦੁਆਰੇ ਵਿੱਚ ਦੋਵੇਂ ਦੋਸਤ ਕਵੀਸ਼ਰੀ ਵੀ ਕਰਦੇ ਹਨ। ਉੱਥੋਂ ਦੇ ਲੋਕ ਉਹਨਾਂ ਨੂੰ ਫੇਰ ਆਉਣ ਦਾ ਸੱਦਾ ਵੀ ਦਿੰਦੇ ਹਨ। ਲੇਖਕ ਨੇ ਆਪਣੇ ਸਫ਼ਰਨਾਮੇ ਵਿੱਚ ਜਿੱਥੇ ਗਤੀਸ਼ੀਲ ਮੋਟਿਵ ਦੀ ਗੱਲ ਕੀਤੀ ਹੈ, ਉੱਥੇ ਕੁਝ ਸੁਣੀਆਂ ਹੋਈਆਂ ਦਿਲਚਸਪ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਹੈ। ਉਦਾਹਰਨ ਵਜੋਂ ਇੱਕ ਪਾਕਿਸਤਾਨੀ ਜੋ ਸ਼ਰਾਬੀ ਹੈ, ਉਹ ਪਿਛਲੇ 4 ਸਾਲਾਂ ਤੋਂ ਇਟਾਲੀਅਨ ਗੋਰੇ ਦੇ ਅੰਗੂਰਾਂ ਦੇ ਫਾਰਮ ਵਿੱਚ ਕੰਮ ਕਰਦਾ ਹੈ। ਇੱਕ ਦਿਨ ਇੱਕ ਨਸ਼ੇੜੀ ਗੋਰਾ ਚਾਕੂ ਲੈ ਕੇ ਬਜ਼ੁਰਗ ਜੋੜੇ ਨੂੰ ਡਰਾ ਧਮਕਾ ਕੇ ਕੁਝ ਡਾਲਰ ਵਸੂਲਣ ਦੀ ਕੋਸ਼ਿਸ਼ ਕਰਦਾ ਹੈ। ਪਾਕਿਸਤਾਨੀ ਨੇ ਪਿੱਛੋਂ ਆ ਕੇ ਗੋਰੇ ਨੂੰ ਜੱਫਾ ਪਾਇਆ। ਪੁਲਿਸ ਵੀ ਆ ਗਈ, ਪਰ ਪਾਕਿਸਤਾਨੀ ਜਾਣਬੁੱਝ ਕੇ ਬੇਹੋਸ਼ ਹੋ ਗਿਆ। ਹਸਪਤਾਲ ਵਿੱਚ ਡਾਕਟਰੀ ਜਾਂਚ ਤੇ ਸਾਈਕੈਟਰੀ ਨੇ ਲਿਖਿਆ ਕਿ ਚੋਰ ਗੋਰੇ ਦੇ ਚਾਕੂ ਦੇ ਡਰਨ ਕਾਰਨ ਫੀਸ ਦੇ ਹੱਥ ਕੰਬਣ ਲੱਗੇ। ਜੱਜ ਨੇ ਗੋਰੇ ਦੀ ਇੰਸ਼ੋਰੈਂਸ ਨਾਲ ਜੋੜ ਕੇ $5 ਲੱਖ ਜੁਰਮਾਨਾ ਕੀਤਾ, ਜੋ ਉਸਨੂੰ ਭਰਨੇ ਪਏ। ਪਾਕਿਸਤਾਨੀ ਦੀ ਇੱਕ ਤਰ੍ਹਾਂ ਨਾਲ ਲਾਟਰੀ ਹੀ ਲੱਗੀ। ਇਸ ਤਰ੍ਹਾਂ ਦੇ ਬਹੁਤ ਲੌਜਿਕ ਜਿਹੜੇ ਦ੍ਰਿਸ਼ਟਾਂਤ ਦੇ ਵਿੱਚ ਨਾਲ ਦਿੱਤੇ ਹੋਏ ਨੇ, ਜਿਹਨੂੰ ਅਸੀਂ ਗਤੀਸ਼ੀਲ ਮੋਟਿਵ ਕਹਿੰਦੇ ਹਾਂ। ਕਿਉਂਕਿ ਇੱਕ ਕਹਾਣੀ ਦਾ ਵਿੱਚ ਪਈ ਹੁੰਦੀ ਹੈ, ਤੁਰੀ ਜਾਂਦੀ, ਉਹਨੂੰ ਗਤੀਸ਼ੀਲ ਮੋਟਿਵ ਕਹਿੰਦੇ ਹਾਂ। ਇੱਕ ਗਤੀਹੀਨ ਹੁੰਦੇ ਜਿਹੜੇ ਪਹਿਲਾਂ ਹੋ ਚੁੱਕੇ ਹੁੰਦੇ ਆ, ਉਹਦੇ ਸੁਣੇ ਸੁਣਾਏ ਵੇਰਵੇ ਨਾਲ ਦੇਣੇ, ਉਹ ਇੱਕ ਰੌਚਕ ਜਿਹੜਾ ਹੈ ਸਫ਼ਰਨਾਮੇ ਨੂੰ ਬਣਾਉਂਦੇ। ਗਤੀਸ਼ੀਲ ਮੋਟਿਵ ਜੋ ਕਿ ਲੇਖਕ ਆਪਣੇ ਬਿਰਤਾਂਤ ਵਿੱਚ ਨਾਲੋਂ ਨਾਲ ਦੱਸਦਾ ਆਇਆ ਹੈ। ਇੱਕ ਹੋਰ ਦਿਲਚਸਪ ਘਟਨਾ ਦਾ ਜ਼ਿਕਰ ਕਰਨਾ ਬਣਦਾ, ਉਹ ਹੈ ਬ੍ਰਿਸਬੇਨ ਤੋਂ ਕੋਈ 170 ਕਿਲੋਮੀਟਰ ਦੂਰ ਸਮੁੰਦਰ ਬੀਚ ਉੱਪਰ ਹੋਈ ਘਟਨਾ ਬਾਰੇ। ਬਲਜੀਤ ਸਿੰਘ ਮਾਨ ਤੇ ਲੇਖਕ ਬੀਚ ਉੱਪਰ ਘੁੰਮ ਰਹੇ ਹਨ। ਬਲਜੀਤ ਸਿੰਘ ਮਾਨ ਸਮੁੰਦਰ ਵਿੱਚ ਨਹਾਉਣ ਵਾਸਤੇ ਚਲਿਆ ਗਿਆ। ਲੇਕ ਬੀਚ ਦੇ ਕਿਨਾਰੇ ਪਏ ਬੈਂਚ ਤੇ ਆਰਾਮ ਕਰ ਰਿਹਾ ਸੀ ਕਿ ਅਚਾਨਕ ਰੌਲਾ ਸੁਣਦਾ ਹੈ। ਬਲਜੀਤ ਸਿੰਘ ਨੇ ਇੱਕ ਗੋਰੇ ਨੂੰ ਫੜਿਆ ਹੋਇਆ ਹੈ ਅਤੇ ਭੀੜ ਵਿੱਚੋਂ ਲਿਆ ਪੁਲਿਸ ਦੇ ਹਵਾਲੇ ਕਰਦਾ ਹੈ। ਦਰਅਸਲ ਉਸ ਗੋਰੇ ਨੇ ਨਸ਼ੇ ਵਿੱਚ 3 ਕੁੜੀਆਂ ਨਾਲ ਬਦਤਮੀਜ਼ੀ ਕਰੀ ਸੀ। ਤਿੰਨੋਂ ਕੁੜੀਆਂ ਨੇ ਬਲਜੀਤ ਸਿੰਘ ਮਾਨ ਦਾ ਬਹੁਤ ਧੰਨਵਾਦ ਕੀਤਾ। ਇੱਥੇ ਲੇਖਕ ਨੇ ਵਾਰਤਾਲਾਪ ਦਾ ਸੁੰਦਰ ਨਮੂਨਾ ਵੀ ਪੇਸ਼ ਕੀਤਾ ਹੈ। ਲੜਕੀਆਂ ਨੇ ਬਲਜੀਤ ਨਾਲ ਸ਼ਾਮ ਦੀ ਪਾਰਟੀ ਦੀ ਤੈਅ ਕੀਤੀ। ਇੱਥੇ ਬਲਜੀਤ ਨੇ ਲੇਖਕ ਦੀ ਹੈਲਪ ਲਈ, ਕਿਉਂਕਿ ਉਹ ਅੰਗਰੇਜ਼ੀ ਵਿੱਚ ਖੁੱਲ੍ਹ ਕੇ ਗੱਲ ਨਹੀਂ ਸੀ ਕਰ ਸਕਦਾ। ਸਾਰੀ ਘਟਨਾ ਬਹੁਤ ਹੀ ਖੂਬਸੂਰਤ ਢੰਗ ਨਾਲ ਬਿਆਨੀ ਗਈ। ਹੋਰ ਬਹੁਤ ਸਾਰੀਆਂ ਗੱਲਾਂ ਹਨ ਜੋ ਆਸਟ੍ਰੇਲੀਆ ਦੀ ਫੇਰੀ ਦੌਰਾਨ ਵਾਪਰੀਆਂ ਹਨ। ਕਿਉਂਕਿ ਲਗਭਗ 8 ਸਾਲ ਲੇਖ ਇਸ ਦੇਸ਼ ਵਿੱਚ ਰਿਹਾ। ਵੱਖ-ਵੱਖ ਸ਼ਹਿਰਾਂ, ਕਸਬਿਆਂ, ਪਿੰਡਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਸੰਘਰਸ਼ ਹੈ, ਮਿਹਨਤ ਹੈ ਅਤੇ ਆਪਣੇ ਧਰਮ ਵਿੱਚ ਪੱਕੇ ਰਹਿ ਕੇ ਵੱਖਰੀ ਪਛਾਣ ਵੀ ਬਣਾਈ ਹੈ, ਇੱਜ਼ਤ ਵੀ ਬਣਾਈ ਹੈ। ਆਸਟ੍ਰੇਲੀਆ ਤੋਂ ਘਰ ਆ ਕੇ ਲੇਖ ਪਰਿਵਾਰ ਨਾਲ ਰਹਿੰਦਾ ਹੈ, ਮਾਹੌਲ ਬਦਲਦਾ ਹੈ। ਲੇਖ ਲਿਖਦਾ ਹੈ ਕਿ ਕਿਵੇਂ ਘਰ ਤੋਂ ਦੂਰ ਰਹਿ ਕੇ ਮੁੜ ਪਰਿਵਾਰ ਵਿੱਚ ਆਉਣਾ, ਪਰਦੇਸੀਆਂ ਦੀਆਂ ਕਿੰਨੀਆਂ ਹੀ ਸਮੱਸਿਆਵਾਂ ਦਾ ਮਨੋਵਿਗਿਆਨਕ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ਗਿਆ। ਉਹ ਇੱਕ ਬਹੁਤ ਵੱਡੀਆਂ ਗੱਲਾਂ ਨੇ। ਜੇ ਉਹਦੇ ਉੱਤੇ ਇਕੱਲੇ ਦੇ ਪੇਪਰ ਲਿਖਣਾ ਹੋਵੇ ਤਾਂ ਮੇਰੇ ਖਿਆਲ 'ਚ ਉਹ ਅੱਡ ਇੱਕ ਪੂਰਾ ਵਿਸ਼ਾ ਬਣਦਾ ਕਿ ਜਿਹੜੇ ਪਰਦੇਸੀ ਨੇ ਉਹ ਕਿਵੇਂ ਆ ਕੇ ਘਰ 'ਚ, ਜਿਵੇਂ ਇੱਕ ਫੌਜੀ ਫੌਜ ਤੋਂ ਆ ਕੇ ਐਡਜਸਟ ਨਹੀਂ ਕਰਦਾ ਪਰਿਵਾਰ ਤੋਂ, ਜਿਵੇਂ ਪ੍ਰਦੇਸ਼ ਤੋਂ ਆ ਕੇ ਬੰਦਾ ਵੀ ਐਡਜਸਟ ਨਹੀਂ ਕਰਦਾ ਸੀ, ਕਿਉਂਕਿ ਉਹਨੂੰ ਬਹੁਤ ਕੁਝ ਬਦਲਿਆ ਗਿਆ ਹੁੰਦਾ। ਪਰ ਉਹ ਜਿਹੜਾ ਵਿਦੇਸ਼ੀ ਆਇਆ ਹੁੰਦਾ ਉਹ ਉੱਥੋਂ ਦੀਆਂ ਕਦਰਾਂ ਕੀਮਤਾਂ ਨੂੰ ਨਾਲ ਲੈ ਕੇ ਆਇਆ ਹੁੰਦਾ, ਪਰ ਉਹ ਇੱਕ ਮਾਹੌਲ ਹੋਰ ਹੁੰਦਾ। ਉਹਦਾ ਜ਼ਿਕਰ ਕੀਤਾ ਬੜਾ ਵਧੀਆ ਇਹਦੇ ਵਿੱਚ। ਇਸ ਸਫ਼ਰਨਾਮੇ ਦੇ ਦੂਸਰੇ ਚੈਪਟਰ ਭਾਵ ਅਫਰੀਕਾ ਦੀ ਯਾਤਰਾ ਦਾ ਵਰਣਨ ਕਰਨ ਤੋਂ ਪਹਿਲਾਂ ਲੇਖ ਮੁੰਬਈ ਵਿੱਚ ਸੈੱਟ ਹੋਣ ਲਈ ਨਿਊ ਮੁੰਬਈ ਵਿੱਚ ਇੱਕ ਰੈਸਟੋਰੈਂਟ ਚਲਾਉਂਦਾ ਹੈ। ਕਾਮਯਾਬ ਵੀ ਹੁੰਦਾ ਹੈ। ਇੱਥੇ ਹੀ ਕਿਸੇ ਕੰਮਕਾਰ ਕਰਕੇ ਉਸਦੀ ਮੁਲਾਕਾਤ ਜਿਹੜੀ ਬਾਜਵਾ ਸਾਹਿਬ ਨੇ ਜ਼ਿਕਰ ਕੀਤਾ ਸੀ, ਬਦਮਾਸ਼ਾਂ ਦੇ ਵੱਡੇ ਬੌਸ ਨਾਲ ਹੁੰਦੀ। ਇਹ ਸਭ ਕੁਝ ਅਚਾਨਕ ਹੁੰਦਾ ਹੈ। ਮਹਿਫਲ ਵਿੱਚ ਜੇਲ੍ਹ ਤੋਂ ਛੋਟੇ ਵੱਡੇ ਬੌਸ ਲਈ ਸਾਰੇ ਹੀ ਮਾਈਕ ਤੇ ਬੋਲਦੇ ਹਨ। ਜਦ ਲੇਖ ਸਿੱਧੂ ਦੀ ਵਾਰੀ ਆਉਂਦੀ ਹੈ ਤਾਂ ਜਗਦਾ ਜਗਦਾ ਇੱਕ ਸ਼ੇਰ ਸੁਣਾ ਦਿੰਦਾ। ਉਹ ਸ਼ੇਰ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਦੁਆ ਉਹ ਕਬੂਲ ਹੋਤੀ ਹੈ ਜੋ ਸੱਚੇ ਦਿਲ से होती है। दुआ वो कबूल होती है जो सच्चे दिल से होती है। मुश्किल तो ये है कि ये मुश्किल से होती है। मुश्किल तो ये है कि जो मुश्किल से होती है। इस शेर ने बॉस का दिल जित लिया।
ਉਸਨੇ ਆਪਣਾ ਵਿਜ਼ਿਟਿੰਗ ਕਾਰਡ ਦਿੱਤਾ, ਲੇਕ ਦਾ ਮਿਊਨਿਸਪਲ ਕਮੇਟੀ 'ਚ ਕੰਮ ਸੀ ਉਹ ਹੋ ਜਾਂਦਾ, ਮੁੰਬਈ ਹੋ ਜਾਂਦਾ। ਪਰ ਮੁੰਬਈ ਵਿੱਚ ਮੀਂਹਾਂ ਕਾਰਨ ਆਏ ਹੜ੍ਹਾਂ ਵਿੱਚ ਬਿਜ਼ਨਸ ਖਤਮ ਹੋ ਗਿਆ। ਮੁੰਬਈ ਤੋਂ ਹੀ ਲਾਇਬੇਰੀਆ ਅਮਰੀਕਾ ਵਿੱਚ ਜਾਣ ਦਾ ਸੁਪਨਾ ਬਣਿਆ। ਕਿਸੇ ਪੰਜਾਬੀ ਦੀ ਕੰਪਨੀ ਵਿੱਚ ਵਧੀਆ ਕੰਮ ਮਿਲ ਗਿਆ। ਲਾਇਬੇਰੀਆ ਜਾਣ ਲਈ ਫਲਾਈਟ 2-3 ਦੇਸ਼ਾਂ ਰਾਹੀਂ ਜਾਣੀ ਸੀ। ਰਸਤੇ ਦੇ ਦਿਲਚਸਪ ਨਜ਼ਾਰੇ ਬਿਆਨ ਕੀਤੇ ਗਏ। ਲਾਇਬੇਰੀਆ ਸ਼ਹਿਰ ਮੋਨੋਰੋਪੀਆ ਦੇ ਹਾਲਾਤ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਉੱਥੇ ਬਿਜਲੀ ਨਾ ਹੋਣ ਕਾਰਨ ਜਨਰੇਟਰਾਂ ਦੀ ਆਵਾਜ਼ ਆ ਰਹੀ ਸੀ। ਉੱਥੇ ਬਾਈ ਰਣਜੀਤ ਨੇ ਬਿਗ ਮਾਈਨਸ ਟਾਊਨ ਜਾਣ ਵਾਲੀ ਟ੍ਰੇਨ ਰਾਹੀਂ ਭੇਜਿਆ। ਨਿੱਕੇ ਨਿੱਕੇ ਵੇਰਵਿਆਂ ਨਾਲ ਲੇਕ ਸਮੁੱਚੇ ਹਾਲਾਤ ਨੂੰ ਬਿਆਨ ਕਰਦਾ ਤੁਰਿਆ ਜਾਂਦਾ ਹੈ। ਉੱਥੋਂ ਦੇ ਭੂਗੋਲਿਕ ਵਾਤਾਵਰਨ ਅਤੇ ਦੇਸ਼ ਦੇ ਅੰਦਰੂਨੀ ਹਾਲਾਤ ਦੀ ਜਾਣਕਾਰੀ ਮਿਲਦੀ ਹੈ। ਇਸ ਦੇਸ਼ ਵਿੱਚ ਅੰਦਰੂਨੀ ਖਾਨਾਜੰਗੀ ਕਾਰਨ ਬਹੁਤ ਗਰੀਬ ਹੋਇਆ ਹੈ। ਲੋਕ ਅਨਪੜ੍ਹ ਹਨ। ਦੂਰੋਂ ਦੂਰੋਂ ਪਾਣੀ ਲਿਆਉਣ ਜਾਣਾ ਪੈਂਦਾ ਹੈ। ਕੱਪੜੇ ਪਾਉਣ ਦਾ ਵੀ ਸਹੂਰ ਨਹੀਂ ਹੈ। ਔਰਤਾਂ ਮਰਦ ਕਈ ਵਾਰ ਬੇਪਰਦਾ ਹੀ ਹੋ ਜਾਂਦੇ ਹਨ ਸਾਂਝੇ ਖੂਹਾਂ ਤੇ ਨਹਾਉਣ। ਲੇਕ ਨੇ ਲਾਇਬੇਰੀਆ ਦੇ ਇਸ ਟਾਊਨ ਬਾਰੇ ਬੇਬਾਕੀ ਨਾਲ ਲਿਖਿਆ। ਸਾਲ ਦੇ 10 ਮਹੀਨੇ ਬਾਰਿਸ਼ ਪੈਂਦੀ ਹੈ, ਹਰਿਆਵਲ ਹੈ, ਕੁਦਰਤੀ ਫਲ ਆਮ ਹਨ, ਲੋਕ ਛੋਟੇ ਛੋਟੇ ਧੰਦੇ ਕਰਦੇ, ਗਰੀਬੀ ਬਹੁਤ। ਲੇਕ ਆਪਣੇ ਕੰਮ ਵਿੱਚ ਪੂਰਾ ਮਾਹਰ ਹੈ। ਉਹ ਮਾਲਕ ਦੇ ਦਿੱਤੇ ਟਾਰਗੇਟ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰਦਾ ਹੈ। ਮਜ਼ਦੂਰਾਂ ਤੋਂ ਕੰਮ ਲੈਣ ਲਈ ਉਹਨਾਂ ਦੇ ਮਨ ਨੂੰ ਪੜ੍ਹਦਾ ਹੈ। ਆਹ ਗੱਲ ਸਮਝਣ ਵਾਲੀ ਹੈ ਕਿ ਹੇਠਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੋਂ ਕੰਮ ਕਿਵੇਂ ਲੈਣਾ ਹੈ। ਉਹਦਾ ਜ਼ਿਕਰ ਪਹਿਲਾਂ ਨੀਲੋ ਸਾਹਿਬ ਨੇ ਵੀ ਕੀਤਾ ਬਾਤ ਕਿ ਉਹ ਜਿਹੜੀ ਲੇਕ ਨੂੰ ਬੜੀ ਸੂਝ ਹੈ। ਉਹਨਾਂ ਦੇ ਮਨ ਪੜਦਾ, ਉਹ ਫੁੱਟਬਾਲ ਖੇਡਣ ਦਾ ਸ਼ੌਂਕ ਰੱਖਦੇ ਹਨ। ਇਸ ਕਰੇਜ ਨੂੰ ਲੇਕ ਅਤੇ ਉਸਦੇ ਸਾਥੀ ਮਿਲ ਕੇ ਟੂਰਨਾਮੈਂਟ ਦਾ ਆਯੋਜਨ ਕਰਦੇ ਹਨ। ਸਿਰਾਂ ਤੋਂ ਪਏ ਬੇਵਾਰ ਸਟੇਡੀਅਮ ਨੂੰ ਸਾਫ਼ ਕਰਵਾਇਆ ਜਾਂਦਾ ਹੈ। ਲੇਬਰ ਕੰਪਨੀ ਦਾ ਕੰਮ ਪਹਿਲਾਂ ਨਾਲੋਂ ਵੱਧ ਹੁੰਦਾ ਹੈ। ਵਰਲਡ ਟੂਰਨਾਮੈਂਟ ਵਿੱਚ ਆਈਆਂ ਟੀਮਾਂ ਫਰਜ਼ੀ ਨਾਂ ਰੱਖਦੀਆਂ ਹਨ। ਕੋਈ ਇਟਲੀ, ਬ੍ਰਾਜ਼ੀਲ ਆਦਿ ਦੂਸਰੀਆਂ ਕੰਪਨੀਆਂ ਦੀਆਂ ਲੇਬਰਾਂ ਮਿਲ ਕੇ ਮੈਚ ਖੇਡਦੀਆਂ ਹਨ। ਲੇਖਕ ਬੌਸਮੈਨ ਤੋਂ ਬੌਸਮੈਨ ਸਿੰਘ ਬਣ ਜਾਂਦਾ ਹੈ। ਇੱਥੇ ਬਹੁਤ ਵੱਡੀ ਗੱਲ ਹੈ। ਉੱਥੇ ਜਿਹੜਾ ਮਾਲਕ ਹੁੰਦਾ ਜਾਂ ਆਪਣਾ ਵੱਡਾ ਅਫਸਰ ਉਹਨੂੰ ਬੌਸਮੈਨ ਕਹਿੰਦੇ ਨੇ, ਪਰ ਉਹ ਇੰਨਾ ਪਾਪੂਲਰ ਹੋ ਜਾਂਦਾ ਲੋਕ ਉਹਨੂੰ ਬੌਸਮੈਨ ਸਿੰਘ ਕਹਿਣ ਲੱਗ ਜਾਂਦੇ ਨੇ। ਟਾਰਗੇਟ ਵੀ ਪੂਰਾ ਹੋ ਜਾਂਦਾ ਹੈ, ਪਰ ਇਹ ਖੁਸ਼ੀ ਥੋੜੀ ਦੇਰ ਹੀ ਰਹੀ। ਕੰਨਾਂ ਦੇ ਕੱਚੇ ਮਾਲਕ ਫੈਕਟਰੀ 'ਚ ਕੰਮ ਕਰਦੇ ਹੋਰ ਬੰਦੇ ਲੇਕ ਦੀ ਚੁਗਲੀ ਕਰਕੇ ਕੰਨ ਭਰਦੇ ਹਨ ਕਿ ਉਹ ਲੇਬਰ ਨਾਲ ਘੁਲ ਮਿਲ ਗਿਆ ਹੈ, ਛੁੱਟੀਆਂ ਦਿੰਦਾ ਹੈ। ਲੇਕ ਕਹਿੰਦਾ ਹੈ ਕਿ ਮੇਰਾ ਟਾਰਗੇਟ ਪਹਿਲਾਂ ਨਾਲੋਂ ਕਿਤੇ ਵੱਧ ਹੈ, ਪਰ ਨਹੀਂ, ਉਸਨੂੰ ਇਹ ਕੰਮ ਛੱਡ ਕੇ ਭਾਰਤ ਆਉਣਾ ਪੈਂਦਾ ਹੈ। ਪੰਜਾਬੀ ਕੰਪਨੀ ਨੇ ਝੂਠੀਆਂ ਗੱਲਾਂ ਜਾ ਕੇ ਲੇਕ ਦਾ ਬਣਦਾ ਮਿਹਨਤਾਨਾ ਵੀ ਮਾਰਿਆ, ਪਰ ਜੋ ਲੋਕਾਂ ਦਾ ਪਿਆਰ ਮਿਲਿਆ ਉਸ ਦਾ ਜ਼ਿਕਰ ਲੇਕ ਨੇ ਥਾਂ ਪਰ ਥਾਂ ਕੀਤਾ। ਵਾਪਸੀ ਉੱਪਰ 에ਅਰਪੋਰਟ ਉੱਤੇ ਵਾਪਰੀ ਘਟਨਾ ਲੇਕ ਸਾਂਝੀ ਕਰਦਾ ਹੈ ਕਿ ਫਲਾਈਟਾਂ ਕੁਝ ਕਾਰਨ ਕਰਕੇ ਬੰਦ ਕਰ ਦਿੱਤੀਆਂ। ਨਾਈਜੀਰੀਆ ਵਿੱਚ ਉੱਥੇ ਇੱਕ ਪੰਜਾਬੀ ਬੋਲ ਦਾ ਸੱਜਣ ਮਿਲਿਆ ਜਿਸ ਦਾ ਕੰਮ ਲੇਖ ਕਰਵਾ ਦਿੰਦਾ ਹੈ, ਪਰ ਜੋ ਬੋਲ ਉਸਨੇ ਕਹੇ ਉਹ ਇਹ ਹਨ ਕਿ ਮੈਂ ਕੌਮਿਆਂ ਦੇ ਵਿੱਚ ਲਿਖ ਰਿਹਾ ਤੇ ਲੇਖ ਨੇ ਵੀ ਇਸੇ ਤਰ੍ਹਾਂ ਲਿਖੇ ਨੇ। ਮੈਨੂੰ ਪੱਗ ਦਿਸੀ ਤੇ ਲੱਗਿਆ ਕਿ ਮਦਦ ਮਿਲ ਗਈ। ਮੈਨੂੰ ਪੱਗ ਦਿਸੀ ਤੇ ਲੱਗਿਆ ਕਿ ਮਦਦ ਮਿਲ ਗਈ। ਲੇਖ ਨੇ ਦਸ਼ਮੇਸ਼ ਪਿਤਾ ਦਾ ਸ਼ੁਕਰਾਨਾ ਵੀ ਕੀਤਾ। ਸਤੰਬਰ 2006 ਵਿੱਚ ਮੁੜ ਭਾਰਤ ਆ ਗਏ। ਓਂਕਾਰ ਸਿੰਘ ਸਿੱਧੂ ਆਪਣੀ ਤੀਸਰੀ ਵਿਦੇਸ਼ ਯਾਤਰਾ ਬਹੁਤ ਵੱਡੀ ਪੋਸਟ ਉੱਪਰ ਆਪਣੇ ਨਵੇਂ ਬਣੇ ਦੋਸਤ ਜਤਿੰਦਰ ਨਾਲ ਮਸਕਟ ਵਿੱਚ ਕੈਰੀਲੀਅਨ ਅਲਾਵੀ ਕੰਪਨੀ ਵਿੱਚ ਹੋਈ। ਕੁਝ ਦਿਨਾਂ ਬਾਅਦ ਦੋਵਾਂ ਨੂੰ ਇੱਕ ਹੋਰ ਪ੍ਰੋਜੈਕਟ ਲਈ ਸੁਹਾਰ ਭੇਜਿਆ ਜਾਂਦਾ ਹੈ, ਪਰ ਬਹੁਤੀ ਦੇਰ ਇਕੱਠੇ ਨਾ ਰਹਿ ਸਕੇ। ਹੋਰ ਵੀ ਕਈ ਕੰਪਨੀਆਂ ਵਿੱਚ ਕੰਮ ਕੀਤਾ। ਇੱਥੇ ਲੇਖ ਨੂੰ ਡਿਸਕ ਪ੍ਰੋਬਲਮ ਵੀ ਹੋਈ। ਦਿਵਾਕਰ ਵਰਗੇ ਦੋਸਤਾਂ ਨੇ ਸਾਥ ਦਿੱਤਾ। 2009 ਵਿੱਚ ਲੇਖ ਨੇ ਮਿਸਰ ਮਾਲਕਾਂ ਦੀ ਸਵਿਟਜ਼ਰਲੈਂਡ ਬੇਸਡ ਟੂਰਿਜ਼ਮ ਡਿਵੈਲਪਮੈਂਟ ਦੀ ਕੰਪਨੀ ਵਿੱਚ ਸੀਨੀਅਰ ਸੇਫਟੀ ਐਡਵਾਈਜ਼ਰ ਪੋਸਟ ਲਈ ਸੰਪਰਕ ਕੀਤਾ।
ਜੋ ਵਧੀਆ ਪੋਸਟ ਸੀ, ਤਨਖਾਹ ਵੀ ਦੁੱਗਣੀ ਨਾਲ ਸਹੂਲਤਾਂ। ਓਮਾਨ ਦੇ ਸ਼ਹਿਰ ਸਲਾਲਾ ਵਿੱਚ ਕੰਮ ਸ਼ੁਰੂ ਹੋਇਆ। ਸਲਾਲਾ ਬਾਰੇ ਲੇਖ ਨੇ ਕਮਾਲ ਦੀ ਚਿੱਤਰਕਾਰੀ ਕੀਤੀ ਹੈ। ਇੱਥੋਂ ਦੇ ਖਰੀਫ ਦੇ ਮੌਸਮ ਬਾਰੇ ਬਹੁਤ ਹੀ ਮਾਰਮਕ ਦ੍ਰਿਸ਼ ਪੇਸ਼ ਕੀਤੇ ਹਨ। ਲੇਖ ਲਿਖਦਾ ਹੈ, ਜੂਨ ਦੇ ਅਖੀਰ ਤੋਂ ਸਤੰਬਰ ਤੱਕ ਪਾਣੀ ਦੀ ਭੂਰ ਸਪਰੇਅ ਦੀ ਤਰ੍ਹਾਂ ਰਹਿੰਦੀ ਹੈ। ਸਾਰਾ ਆਲਾ ਦੁਆਲਾ ਹਰਿਆਲੀ ਨਾਲ ਭਰ ਜਾਂਦਾ ਹੈ। ਮੇਲੇ ਵਰਗਾ ਮਾਹੌਲ ਹੁੰਦਾ ਹੈ। ਸੈਲਾਨੀ ਬਹੁਤ ਆਉਂਦੇ ਹਨ। ਇੱਥੇ ਅਤਰ ਸੁਗੰਧੀਆਂ ਦਾ ਵਪਾਰ ਹੁੰਦਾ ਹੈ। 2 ਗੁਰੂ ਘਰ ਵੀ ਹਨ। ਲੇਖ ਲਿਖਦਾ ਹੈ ਕਿ ਇੱਥੇ ਸ਼ਾਮ ਨੂੰ ਮਾਰਕੀਟ ਵਿੱਚ ਪੁਰਾਣੇ ਫੌਜੀ ਬੁੱਢੇ ਆਦਮੀ ਰਫਲਾਂ, ਪਿਸਤੌਲ, ਰਿਵਾਲਵਰ ਵੇਚਦੇ ਹਨ। ਉਹਨਾਂ ਦੀ ਮੰਡੀ ਲੱਗਦੀ। ਓਮਾਨ ਦੇ ਰਿਟਾਇਰ ਫੌਜੀ ਕਾਗਜ਼ ਪੱਤਰ ਬਣਵਾ ਕੇ ਉਹਨਾਂ ਦੇ ਦੇ ਦਿੰਦੇ ਹਨ। 2011 ਵਿੱਚ ਅਰਬ ਦੇਸ਼ਾਂ ਵਿੱਚ ਕ੍ਰਾਂਤੀ ਆਈ। ਮਿਸਰ ਦੇ ਰਾਸ਼ਟਰਪਤੀ ਨੂੰ ਹਟਾ ਦਿੱਤਾ। ਇਸੇ ਦੌਰਾਨ ਲੇਖ ਨੂੰ HSE ਮੈਨੇਜਰ ਦੀ ਨੌਕਰੀ ਮਿਲੀ। ਇਹ ਬਹੁਤ ਵੱਡਾ ਪ੍ਰੋਜੈਕਟ ਸੀ। ਇਸ ਪੋਸਟ ਦਾ ਪੂਰਾ ਨਾਮ ਹੈਲਥ, ਸੇਫਟੀ ਅਤੇ ਇਨਵਾਇਰਨਮੈਂਟ ਪ੍ਰੋਜੈਕਟ ਮੈਨੇਜਰ। ਬਹੁਤ ਵੱਡੀ ਜ਼ਿੰਮੇਵਾਰੀ, ਜਿਸ ਵਿੱਚ ਲੋਕਾਂ ਨਾਲ ਮਿਲ ਕੇ 3 ਸਾਲ ਕੰਮ ਕੀਤਾ। ਇਸ ਚੈਪਟਰ ਵਿੱਚ ਲੇਖ ਨੇ ਆਪਣੇ ਬਾਰੇ ਅਤੇ ਆਪਣੇ ਕੰਮ ਕਰਨ ਦੇ ਤਰੀਕੇ ਬਾਰੇ ਵਿਸਥਾਰ ਵਿੱਚ ਦੱਸਿਆ ਹੈ ਕਿ ਕਿਵੇਂ ਉਹ ਆਪਣੇ ਤੋਂ ਹੇਠਾਂ ਕੰਮ ਕਰਨ ਵਾਲਿਆਂ ਨੂੰ ਵੀ ਬਣਦਾ ਮਾਣ ਦੇ ਕੇ ਉਹਨਾਂ ਪਾਸੋਂ ਕੰਮ ਕਰਵਾਉਂਦਾ ਹੈ। ਆਇਰਲੈਂਡ ਸ਼ਹਿਰ ਕੋਰਕ ਵਿੱਚ ਜਾਣ ਦਾ ਪ੍ਰੋਗਰਾਮ ਬਣਿਆ। ਆਇਰਲੈਂਡ ਯੂਰਪੀਅਨ ਯੂਨੀਅਨ ਦਾ ਦੇਸ਼ ਹੈ। ਲੇਖ ਦੱਸਦਾ ਹੈ ਕਿ ਉੱਤਰੀ ਆਇਰਲੈਂਡ ਯੂਕੇ ਦਾ ਹਿੱਸਾ ਹੈ। ਦੂਜਾ ਭੂਖੰਡ ਰਿਪਬਲਿਕ ਆਫ ਆਇਰਲੈਂਡ ਆਜ਼ਾਦ ਦੇਸ਼ ਹੈ। ਇਹ ਗੱਲ ਵੀ ਸਾਨੂੰ ਇਹਦੇ ਵਿੱਚੋਂ ਪੜ੍ਹ ਕੇ ਪਤਾ ਲੱਗਦੀ ਹੈ। ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਕਿ ਆਇਰਲੈਂਡ ਇੱਕ ਦੇਸ਼ ਹੈ ਕਿ 2 ਦੇਸ਼ ਹੈ। ਹੁਣ ਲੇਖ ਨੇ ਇਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਆਇਰਲੈਂਡ ਹੈ, ਇੱਕ ਤਾਂ ਯੂਕੇ ਦਾ ਭਾਗ ਹੈ, ਇੱਕ ਆਜ਼ਾਦ ਹੈ ਬਿਲਕੁਲ। ਉੱਥੇ ਹੁਣ ਉਹ ਘੁੰਮਦਾ ਹੈ। ਆਇਰਲੈਂਡ ਵਿੱਚ ਉਹ ਲਿਖਦਾ ਕਿ ਕੋਈ ਸੱਪ ਨਹੀਂ। ਲੇਖ ਨੇ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਲਿਖੀਆਂ ਹਨ। ਇਸਤਰੀ ਪੁਰਸ਼ ਸਮਾਨਤਾ ਵਾਸਤੇ ਜਾਣਿਆ ਜਾਂਦਾ ਹੈ। ਸਮੁੰਦਰੀ ਜਹਾਜ਼ ਟਾਈਟੈਨਿਕ ਵੀ ਇੱਥੇ ਹੀ ਤਿਆਰ ਕੀਤਾ ਗਿਆ। ਇੱਥੋਂ ਹੀ ਉਸਨੇ ਸਫ਼ਰ ਸ਼ੁਰੂ ਕੀਤਾ ਜੋ ਅਧੂਰਾ ਹੀ ਰਹਿ ਗਿਆ। ਇੱਕ ਅਜਿਹੇ ਮਿਊਜ਼ੀਅਮ ਦੇਖਦਾ ਲਿਖਦਾ ਹੈ, ਨਾ ਬੋਰ ਹੈ सिकंदर, ना कवर ए दारा, मिटे नामियों के निशान कैसे कैसे, जमीन खा गई आसमां कैसे कैसे। आयरलैंड तो वापस लेखक मस्कट पहुंचदा, उत्थे जतिंदर सिंह रणदेव बाई नाल राबता कायम हो गया। 2013 में वापस इंडिया आ गया। 2014 में लेख का अगला प्रोग्राम अपने दोस्त गुरजंट सिंह के विश्वास नाल दुबई की कंपनी ने बुलाया। दुबई बारे संक्षेप जानकारी दी गई है कि वो बहुत खूबसूरत देश है। इतों ही लेख इंग्लैंड, स्पेन और सेंट्रल अमरीका के पनामा जाने का सबब बनाता है। इन्होंने देशों बारे संक्षेप पर भावपूर्त जानकारी मिलती है। पनामा नहर बारे जानकारी महत्वपूर्ण। 2019 का साल बहुत अहम है। लेख अपने 21 सालों के पिछले मित्र बलजीत सिंह मान ਨੂੰ ਕੈਨੇਡਾ ਵਿਸਾਖੀ ਦੇ ਮੌਕੇ ਤੇ ਮਿਲ ਜਾਂਦਾ ਹੈ। ਇੰਡੀਆ ਤੋਂ ਹੀ ਇਹ ਸਫ਼ਰ ਫਰਾਂਸ, ਅਮਰੀਕਾ ਤੇ ਫਿਰ ਕੈਨੇਡਾ ਜਾਣ ਦਾ ਸਬਬ ਬਣਦਾ ਹੈ। ਫਲਾਈਟਾਂ ਦਾ ਵੇਰਵਾ ਦਿੱਤਾ ਗਿਆ ਹੈ। ਫਿਰ ਵਿਨੀਪੈਗ ਤੋਂ ਸਰੀ ਤੱਕ ਕਾਰ ਰਾਹੀਂ ਜੋ ਲੰਮਾ ਸਫ਼ਰ ਤੈਅ ਕਰਦਾ ਹੈ, ਉਹਦੇ ਬਾਰੇ ਬਹੁਤ ਵੱਡੀ ਇਹਨੇ ਜਾਣਕਾਰੀ ਦਿੱਤੀ ਹੋਈ ਹੈ। ਉਹ ਪੜ੍ਹ ਕੇ ਪਤਾ ਲੱਗੇਗਾ। ਬਰਫ਼ ਪੈਣ ਦਾ ਦ੍ਰਿਸ਼ ਬਹੁਤ ਖੂਬਸੂਰਤ ਵਰਣਨ ਕੀਤਾ ਹੈ। ਬਲਜੀਤ ਸਿੰਘ ਮਾਨ ਦੇ ਪਰਿਵਾਰ ਨਾਲ ਫੇਰ ਰਿਸ਼ਤੇਦਾਰਾਂ ਕੋਲ ਰਹਿਣਾ ਬਹੁਤ ਵੱਡਾ ਵਿਸਤਾਰ ਹੈ। ਕੁੱਲ ਮਿਲਾ ਕੇ ਇਸ ਸਫ਼ਰਨਾਮਾ ਦੇ ਵਿੱਚ 1 ਮਿੰਟ 2 ਤੋਂ ਵੱਧ 2 ਮਿੰਟ ਕੁੱਲ ਮਿਲਾ ਕੇ ਇਸ ਸਫ਼ਰਨਾਮੇ ਦੇ ਵੇਰਵੇ ਬਹੁਤ ਹੀ ਕਮਾਲ ਦੇ ਹਨ। ਕਿਤੇ ਕਿਤੇ ਸੱਭਿਆਚਾਰ ਤੇ ਤੁਲਨਾਤਮਕ ਅਧਿਐਨ ਦੀ ਘਾਟ ਰੱਖਦੀ ਹੈ। ਪੂਰੇ ਸਫ਼ਰ ਵਿੱਚ ਲੇਖ ਵੈਜੀਟੇਰੀਅਨ ਆਪਣੇ ਸਿੱਖੀ ਦੀ ਪਛਾਣ ਬਣਾਈ ਰੱਖਦਾ ਹੈ। ਇਹ ਉਸਦਾ ਕਮਾਲ ਹੈ। ਕੁੱਲ ਮਿਲਾ ਕੇ ਸਫ਼ਰਨਾਮਾ ਬਹੁਤ ਹੀ ਦਿਲਚਸਪ ਹੈ, ਜਿਸ ਵਿੱਚ ਬਹੁਤ ਸਾਰਾ ਅਣਕਿਹਾ ਵੀ ਹੈ ਜੋ ਪਾਠਕ ਆਪਣੀ ਸੂਝ ਮੁਤਾਬਕ ਉਹਦੇ ਹੱਥ ਕਰਦਾ ਹੈ। ਤੁਸੀਂ ਪੇਪਰ ਬਾਰੇ ਸੁਣਿਆ, ਡਿਟੇਲ 'ਚ ਹੈ।
ਤੇ ਜੇ ਆਪਣੇ ਆਪਣੇ ਵਿਚਾਰ ਹੁੰਦੇ ਆ, ਕਈਆਂ ਨੂੰ ਚੰਗਾ ਲੱਗਿਆ ਉਹ ਕਈਆਂ ਨੂੰ ਮਾੜਾ, ਕਿਉਂਕਿ ਮੈਂ ਇਹ ਆਲੋਚਨਾ ਦੇ ਤੌਰ ਤੇ ਨਹੀਂ ਲਿਖਿਆ, ਇਹ ਮੈਂ ਇੱਕ ਪਾਠਕ ਦੇ ਨਜ਼ਰੀਏ ਤੋਂ ਲਿਖਿਆ ਵੀ ਪਾਠਕ ਇਹਨੂੰ ਪੜ੍ਹ ਕੇ ਕੀ ਮਹਿਸੂਸ ਕਰਦਾ ਹੈ, ਉਹ ਮੈਂ ਆਪਣੇ ਵਿਚਾਰ ਤੋਂ ਕਰਦਾ, ਸੌਖੀ ਭਾਸ਼ਾ 'ਚ ਲਿਖਿਆ। ਧੰਨਵਾਦ ਤੁਹਾਡਾ।